ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਤਾਂ ਟਾਸਕ 2 ਵਿੱਚ ਜਿਹੜੀ ਅੱਜ ਆਪਣੇ ਕੋਲ ਟਾਈਪ ਹੈਗੀ ਆ ਉਹ ਹੈਗੀ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। ਠੀਕ ਆ, ਤਾਂ ਇਹਦੇ ਵਿੱਚ ਕੀ ਹੁੰਦਾ, ਦੋ ਡਿਫਰੈਂਟ ਜਿਹੜੇ ਵਿਊਜ਼ ਹੁੰਦੇ ਆਪਣੇ ਕੋਲ, ਦੈਨ ਆਪਾਂ ਕੀ ਕਰਨਾ ਹੁੰਦਾ, ਓਪੀਨੀਅਨ ਆਪਣਾ ਨਾਲ ਐਡ ਕਰਨਾ ਹੁੰਦਾ। ਠੀਕ ਆ, ਦੋਨਾਂ ਨੂੰ ਡਿਸਕਸ ਕਰਕੇ। ਤਾਂ ਫਸਟ ਆਫ ਆਲ ਆਪਾਂ ਗੱਲ ਕਰ ਲਈਏ ਕਿ ਜਿਹੜਾ ਕਾਫੀ ਜਿਹੜੇ ਸਟੂਡੈਂਟਸ ਹੈਗੇ ਆ ਨਾ, ਉਹਨਾਂ ਦੀ ਰਾਈਟਿੰਗ ਦੇ ਵਿੱਚੋਂ ਰਿਕੁਆਇਰਮੈਂਟ ਵੀ ਕੰਪਲੀਟ ਨਹੀਂ ਹੁੰਦੀ। ਤਾਂ ਇਹਦੇ ਪਿੱਛੇ ਮੇਨ ਰੀਜ਼ਨ ਕੀ ਹੈਗਾ ਗਾ, ਦੇਖੋ ਤੁਸੀਂ ਫੀਸ ਭਰ ਰਹੇ ਹੈਗੇ ਆ, ਕਾਫੀ ਬੱਚੇ ਜਿਹੜੇ ਹੈ ਨਾ 1 ਮੰਥ ਤੋਂ ਜ਼ਿਆਦਾ ਜਿਨ੍ਹਾਂ ਨੂੰ ਟਾਈਮ ਹੋ ਗਿਆ, ਲਾਈਕ 2 ਮੰਥ ਦੀ ਫੀਸ ਦੇਤੀ, 3 ਦੀ ਦੇਤੀ, 6 ਦੀ ਵੀ ਦੇਤੀ, ਈਵਨ ਬੱਚੇ ਜਿਹੜਾ ਈਅਰ ਵੀ ਜਿਹੜਾ ਸਪੈਂਡ ਕਰ ਦਿੰਦੇ ਆ ਸਿਰਫ ਜਿਹੜੇ ਆਈਸ ਕਲੀਅਰ ਕਰਨ 'ਤੇ। ਠੀਕ ਆ, ਤਾਂ ਉਸ ਤੋਂ ਬਾਅਦ ਕੀ ਆ ਹੁੰਦਾ ਕੀ ਹੈਗਾ ਗਾ, ਉਹ ਇੱਕ ਜਿੱਦਾਂ ਹੁਣ ਕਿ ਆਪਣੇ ਕੋਲ ਮੰਥ ਦੀ ਫੀਸ ਹੈਗੀ ਆ, ਪਰ ਮੰਥ ਫੀਸ ਦਿੰਦੇ ਉਹ ਹਰੇਕ ਇੰਸਟੀਟਿਊਟ ਦੀ ਆਪਣੀ ਫੀਸ ਆ, ਲਾਈਕ ਹੈ ਨਾ 7000 ਤੋਂ ਲੈ ਕੇ ਆਪਾਂ 15000 ਤੱਕ ਚੱਲ ਜਾਂਦੇ ਕਿ ਇੰਨੀ ਫੀਸ ਆਰਾਮ ਨਾਲ ਹੁੰਦੀ ਹੈ। ਠੀਕ ਆ, ਤਾਂ ਸਟੂਡੈਂਟਸ ਕੀ ਕਰਦੇ ਆ ਕਿ ਹਰ ਮੰਥ ਠੀਕ ਆ ਆਪਣੀ ਜਿਹੜੀ ਫੀਸ ਪੇ ਕਰਦੇ ਆ, ਤਾਂ ਉਹਨਾਂ ਨੂੰ ਬਦਲੇ ਵਿੱਚ ਕੀ ਮਿਲਦਾ, ਜੇ ਆਪਾਂ ਰਾਈਟਿੰਗ ਮੋਡਿਊਲ ਦੀ ਗੱਲ ਕਰੀਏ ਠੀਕ ਆ, ਤਾਂ ਉਹਨਾਂ ਨੂੰ ਕੀ ਬਦਲੇ ਵਿੱਚ ਮਿਲਦਾ ਕਿ ਇੱਕ ਸਟੇਟਮੈਂਟ ਮਿਲਦੀ ਆ। ਦੇਖੋ ਤੁਸੀਂ ਫੀਸ ਦੇ ਰਹੇ ਹੈਗੇ ਆ ਸਿਰਫ ਸਟੇਟਮੈਂਟ ਦੇ ਲਈ, ਸਟੇਟਮੈਂਟ ਤਾਂ ਤੁਹਾਨੂੰ ਤੁਸੀਂ ਗੂਗਲ 'ਤੇ ਚੱਲ ਜਾਓ ਉੱਥੋਂ ਮਿਲ ਜੂਗੀ, ਯੂਟਿਊਬ 'ਤੇ ਚੱਲ ਜਾਓ ਤੁਹਾਨੂੰ ਸਟੇਟਮੈਂਟ ਕਿਤੋਂ ਵੀ ਮਿਲ ਜਾਏਗੀ। ਠੀਕ ਆ, ਤਾਂ ਤੁਸੀਂ ਆਪ ਸਰਚ ਕਰਕੇ ਜਿਹੜੀ ਹੈਗੀ ਸਟੇਟਮੈਂਟ ਲੈ ਸਕਦੇ ਹੈਗੇ ਆ। ਤਾਂ ਫਿਰ ਆਪਾਂ ਨੂੰ ਇਹਦੇ ਵਿੱਚ ਕੀ ਜਿਹੜਾ ਹੈ ਨਾ ਬੈਨੀਫਿਟ ਹੈਗਾ, ਆਪਾਂ ਫੀਸ ਕਿਉਂ ਭਰਦੇ ਇੱਕ ਸਟੇਟਮੈਂਟ ਲੈਣ ਦੇ ਲਈ। 99% ਜਿਹੜੇ ਇੰਸਟੀਟਿਊਟ ਹੈਗੇ ਆ ਉਹਨਾਂ ਵਿੱਚ ਕੀ ਹੁੰਦਾ ਕਿ ਟੀਚਰ ਆਉਂਦਾ ਹੈਗਾ ਕਲਾਸ ਦੇ ਵਿੱਚ ਰਾਈਟਿੰਗ ਮੋਡਿਊਲ ਦੇ ਲਈ, 1 ਆਰ ਦੀ ਕਲਾਸ ਹੁੰਦੀ ਹੈਗੀ ਆ, ਤਾਂ ਉਹ ਕੀ ਕਰਦਾ, 2 ਸਟੇਟਮੈਂਟ ਜਿਹੜਾ ਲਿਖ ਦਿੰਦਾ ਟਾਸਕ 1 ਐਂਡ ਟਾਸਕ 2 ਦੀ ਬਲੈਕ ਬੋਰਡ 'ਤੇ, ਦੈਨ ਬੱਚਿਆਂ ਨੂੰ ਕੀ ਕਹਿੰਦਾ ਕਿ ਚਲੋ ਆਪਣਾ ਜਿਹੜਾ ਤੁਸੀਂ ਐਸੇ ਰਾਈਟ ਕਰ ਲਓ। ਠੀਕ ਆ, ਬੱਚੇ ਐਸੇ ਲਿਖਦੇ ਆ, ਉਹ ਕੀ ਕਰਦੇ ਹੈਗੇ ਚੈੱਕ ਕਰਵਾਉਂਦੇ ਹੈਗੇ ਆ, ਤਾਂ ਚਲੋ ਟਿਕ ਕਰ ਦਿੰਦੇ ਆ। ਠੀਕ ਆ, ਇੱਦਾਂ ਹੀ ਪਹਿਲਾ ਮਹੀਨਾ ਲੰਘ ਜਾਂਦਾ, ਦੂਸਰਾ ਲੰਘ ਗਿਆ, ਤੀਸਰਾ ਲੰਘ ਗਿਆ। ਠੀਕ ਆ, ਜਦੋਂ 6 ਮਹੀਨੇ ਹੋ ਜਾਂਦੇ ਨਾ ਬੱਚੇ ਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਹੈ, ਪੇਰੈਂਟਸ ਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਹੈ ਨਾ ਕਿ ਬਈ ਇੰਨੇ ਟਾਈਮ ਦੀ ਫੀਸ ਭਰ ਰਹੇ ਹੈਗੇ ਆ, ਪੇਪਰ ਦੇਈਏ ਹੈ ਨਾ ਹੁਣ। ਤਾਂ ਬੱਚੇ ਕੀ ਕਰਦੇ ਆ, ਜਦੋਂ ਐਗਜ਼ਾਮ ਦੇਣ ਦਾ ਪੁੱਛਦੇ ਹੈਗੇ ਆਪਣੇ ਟੀਚਰ ਨਾਲ ਡਿਸਕਸ ਕਰਦੇ ਆ ਵੀ ਮੈਂ ਐਗਜ਼ਾਮ ਦੇਣਾ ਚਾਹੁੰਦਾ ਹੈਗਾ ਹੈ ਨਾ, ਤਾਂ ਟੀਚਰ ਕਹੂਗਾ ਨਹੀਂ ਤੁਹਾਡੀ ਤਾਂ ਰਾਈਟਿੰਗ ਦੇ ਵਿੱਚ ਆਹ ਵਾਲੀ ਪ੍ਰੋਬਲਮ। ਦੇਖੋ ਯਾਰ ਤੁਸੀਂ ਉਸ ਟਾਈਮ ਉਸਨੂੰ ਦੱਸ ਰਹੇ ਜਦੋਂ ਕਿ ਉਹਦਾ ਆਲਰੇਡੀ ਇੰਨੀ ਮਨੀ ਐਂਡ ਟਾਈਮ ਵੇਸਟ ਹੋ ਚੁੱਕਿਆ ਵਾ। ਠੀਕ ਆ, ਤਾਂ ਫਿਰ ਗੈਪ ਪੈ ਜਾਂਦਾ ਬੱਚਿਆਂ ਦਾ ਸਾਲ 2-2 ਸਾਲ ਦਾ, ਫਿਰ ਉਹਨਾਂ ਦੇ ਗਾਂ ਫਾਈਲਿੰਗ ਪ੍ਰੋਸੈਸ ਵਿੱਚ ਕਾਫੀ ਪ੍ਰੋਬਲਮ ਹੁੰਦੀ ਆ। ਤਾਂ ਇਸ ਲਈ ਕੀ ਆ ਮੇਨ ਚੀਜ਼ ਕੀ ਹੈ, ਜਦੋਂ ਉਹਨੂੰ ਬਾਅਦ ਵਿੱਚ ਦੱਸਣ ਦੀ ਜਗ੍ਹਾ 'ਤੇ ਪਹਿਲਾਂ ਇਹ ਦੇਖੋ ਕਿ 5-6 ਦਿਨ ਦੇਖੋ ਬੱਚੇ ਦੀ ਰਾਈਟਿੰਗ ਤੋਂ ਪਤਾ ਚੱਲ ਜਾਂਦਾ ਆਪਾਂ ਨੂੰ ਵੀ ਕੀ, ਟੀਚਰ ਨੂੰ ਇੰਨਾ ਐਕਸਪੀਰੀਅੰਸ ਹੁੰਦਾ ਕਿ ਉਹਨੂੰ ਪਤਾ ਚੱਲ ਜਾਂਦਾ ਹੈਗਾ ਕਿ ਕਿਹੜੀ ਚੀਜ਼ ਦੀ ਲੋੜ ਹੈਗੀ ਐਸੇ ਦੇ ਵਿੱਚ। ਠੀਕ ਆ, ਤਾਂ ਜੇ ਆਪਾਂ ਉਦੋਂ ਹੀ ਉਹਨਾਂ ਨਾਲ ਡਿਸਕਸ ਕਰੀਏ ਤਾਂ ਮੈਂ ਨਹੀਂ ਕਹਿੰਦੀ ਕਿ ਕਿਸੇ ਵੀ ਬੱਚੇ ਦੀ ਰਿਕੁਆਇਰਮੈਂਟ ਤੋਂ ਜਿਹੜੇ ਘਟਣਗੇ ਸਕੋਰ, ਕਦੇ ਹੋ ਨਹੀਂ ਸਕਦਾ ਹੈ, ਕਿਉਂਕਿ ਰਾਈਟਿੰਗ ਮੋਡਿਊਲ ਬਹੁਤ ਜ਼ਿਆਦਾ ਈਜ਼ੀ ਹੈ, 'ਚ ਕੁਛ ਵੀ ਟਫ ਨਹੀਂ ਹੈਗਾ। ਠੀਕ ਆ, ਅਤੇ ਉਸ ਤੋਂ ਬਾਅਦ ਕੀ ਆ, ਇੰਨੀ ਫੀਸ ਜਿਹੜੀ ਆਪਾਂ ਭਰਦੇ ਹੈਗੇ ਆ ਕੋਚਿੰਗ ਸੈਂਟਰ 'ਚ, ਪਲੀਜ਼ ਤੁਸੀਂ ਜੇ ਭਰਦੇ ਹੈਗੇ ਆ ਤਾਂ ਉਹਨਾਂ ਨੂੰ ਕਹੋ ਕਿ ਸਾਨੂੰ ਫੁੱਲ ਐਸੇ ਜਿਹੜਾ ਐਕਸਪਲੇਨ ਕਰੋ। ਜੇ ਉਹ ਨਹੀਂ ਕਰ ਰਹੇ ਹੈਗੇ ਤਾਂ ਪਲੀਜ਼ ਉੱਥੇ ਫੀਸ ਭਰਨ ਦਾ ਕੋਈ ਜਿਹੜਾ ਬੈਨੀਫਿਟ ਨਹੀਂ ਹੈਗਾ, ਤੁਸੀਂ ਜਸਟ ਸਟੇਟਮੈਂਟ ਦੇ ਲਈ ਫੀਸ ਕਿਉਂ ਭਰ ਰਹੇ ਹੈਗੇ ਆ। ਠੀਕ ਆ, ਤਾਂ ਉਦੋਂ ਆਪਾਂ ਨੂੰ ਜਦੋਂ 6 ਮੰਥ ਲੰਘ ਗਏ ਉਸ ਟਾਈਮ ਜਦੋਂ ਆਪਾਂ ਸਮਝਣਾ ਕਿ ਰਾਈਟਿੰਗ 'ਚ ਆ ਪ੍ਰੋਬਲਮ ਆ, ਕਈ ਵਾਰ ਤਾਂ ਇੱਦਾਂ ਹੁੰਦਾ ਕਿ ਬੱਚੇ ਕੀ ਕਰਦੇ ਆ 15000 ਜਿਹੜਾ ਆਪਣਾ ਐਗਜ਼ਾਮ ਫੀਸ ਵੀ ਭਰ ਦਿੰਦੇ ਆ, ਅਤੇ ਜਦੋਂ ਉਹਨਾਂ ਦੇ ਰਾਈਟਿੰਗ 'ਚ ਸਕੋਰ ਕਰਦੇ ਆ ਤਾਂ ਆਪਣੇ ਟੀਚਰ ਨਾਲ ਡਿਸਕਸ ਕਰਦੇ ਆ ਕਿ ਮੇਰੇ ਰਾਈਟਿੰਗ 'ਚ ਸਕੋਰ ਕਿਉਂ ਘਟੇ ਹੈ ਨਾ, ਤਾਂ ਟੀਚਰ ਕੋਲ ਕੋਈ ਜਵਾਬ ਨਹੀਂ ਹੁੰਦਾ ਕਿ ਤੁਹਾਡੇ 'ਚ ਕੋਈ ਸੀਗਾ, ਤੁਹਾਡੀ ਰਾਈਟਿੰਗ ਦੇ ਵਿੱਚ ਆਹ ਪ੍ਰੋਬਲਮ ਸੀ, ਆਹ ਸੀ। ਯਾਰ ਪਹਿਲਾਂ ਦੱਸੋ ਨਾ ਉਹਨਾਂ ਨੂੰ ਵੀ ਆਹ ਪ੍ਰੋਬਲਮ ਸੀਗੀ, ਜਦੋਂ ਉਹਨਾਂ ਦੀ ਇੰਨੀ ਮਨੀ ਵੇਸਟ ਹੋ ਚੁੱਕੀ ਆ ਹੈ ਨਾ, ਟਾਈਮ ਵੇਸਟ ਹੋ ਗਿਆ, ਤਾਂ ਫਿਰ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ। ਠੀਕ ਆ, ਤਾਂ ਕਾਫੀ ਜਿਹੜੇ ਸਟੂਡੈਂਟ ਸੀਗੇ ਉਹਨਾਂ ਦਾ ਜਿਹੜਾ ਮੈਸੇਜ ਆ ਰਿਹਾ ਸੀਗਾ ਮੈਨੂੰ ਔਨਲਾਈਨ ਕਲਾਸ ਦੇ ਲਈ, ਆਪਾਂ ਬਹੁਤ ਜਲਦੀ ਜਿਹੜਾ ਰਾਈਟਿੰਗ ਦਾ ਬੈਚ ਸਟਾਰਟ ਕਰਾਂਗੇ। ਠੀਕ ਆ, ਤਾਂ ਬੈਚ ਉਹਦੇ ਵਿੱਚ ਕੀ ਹੋਊਗਾ, 1 ਮੰਥ ਦੀ ਜਿਹੜੀ ਕਲਾਸ ਹੋਊਗੀ, ਅਤੇ ਇਹ ਮੇਰਾ ਤੁਹਾਡੇ ਨਾਲ ਡੈਫੀਨੇਟਲੀ ਵਾਅਦਾ ਹੋਊਗਾ ਕਿ ਜਿਹੜਾ ਆਪਣੇ 1 ਮੰਥ ਦੀ ਕਲਾਸ ਤੁਸੀਂ ਲਗਾਓਗੇ, ਅੱਜ ਤੱਕ ਤੁਸੀਂ ਜਿੰਨੀ ਵੀ ਕਲਾਸ ਲਗਾ ਲਈ ਆ, ਠੀਕ ਆ, ਚਾਹੇ ਤੁਹਾਨੂੰ ਕਿਸੇ ਟੀਚਰ ਨੇ ਚੰਗੀ ਤਰ੍ਹਾਂ ਐਕਸਪਲੇਨ ਵੀ ਕੀਤਾ, ਤਾਂ ਉਹ ਸਾਰਾ ਕੁਝ ਜਿਹੜਾ ਇੱਕ ਸਾਈਡ 'ਤੇ ਹੋਊਗਾ, ਅਤੇ ਜਿਹੜੀ 1 ਮੰਥ ਦੀ ਕਲਾਸ ਹੋਊਗੀ ਉਹ ਇੱਕ ਸਾਈਡ 'ਤੇ ਹੋਊਗੀ। ਠੀਕ ਆ, ਮਤਲਬ ਕੀ ਆ ਕਿ 1 ਮੰਥ ਦੀ ਕਲਾਸ ਲੈਣ ਤੋਂ ਬਾਅਦ ਤੁਹਾਨੂੰ ਰਾਈਟਿੰਗ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਠੀਕ ਆ, ਜੇ ਤੁਸੀਂ ਜਿਹੜੀਆਂ ਮੈਂ ਇੰਸਟਰਕਸ਼ਨ ਦਊਂਗੀ ਤੁਸੀਂ ਫੋਲੋ ਕਰੋਗੇ। ਠੀਕ ਆ, ਤਾਂ 1 ਮੰਥ ਦੇ ਵਿੱਚ ਕੀ 30 ਤੋਂ 40 ਮਿੰਟ ਦੀ ਜਿਹੜੀ ਕਲਾਸ ਹੁੰਦੀ ਹੈ ਨਾ, ਇੰਨਾ ਟਾਈਮ ਬੱਚੇ ਕੱਢ ਸਕਦੇ ਆ। ਠੀਕ ਆ, ਤਾਂ ਇੰਨੀ ਮਨੀ ਵੇਸਟ ਕਰਨ ਨਾਲੋਂ ਹੈ ਨਾ, ਤੁਸੀਂ ਟਾਈਮ ਵੇਸਟ ਕਰ ਰਹੇ ਆ, ਤਾਂ ਇੰਨਾ ਟਾਈਮ ਆਪਾਂ ਕੱਢ ਸਕਦੇ ਹਾਂ, 30 ਤੋਂ 40 ਮਿੰਟ ਜਿਹੜੇ ਈਜ਼ੀਲੀ ਬੱਚੇ ਕੱਢ ਸਕਦੇ ਆ। ਠੀਕ ਆ, ਤਾਂ ਇਸ ਲਈ ਕੀ ਆ, ਤੁਸੀਂ ਜਿਹੜੀ ਰਾਈਟਿੰਗ ਕਲਾਸ ਲਓਗੇ ਉਹਦਾ ਇਹ ਬੈਨੀਫਿਟ ਹੋਊਗਾ ਤੁਹਾਨੂੰ ਕਿ ਉਹਦੇ ਰਾਈਟਿੰਗ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਸ ਤੋਂ ਬਾਅਦ। ਠੀਕ ਆ, ਤਾਂ ਚਲੋ ਅੱਜ ਆਪਾਂ ਅੱਜ ਦੀ ਵੀਡੀਓ ਜਿਹੜੀ ਸਟਾਰਟ ਕਰਦੇ ਹਾਂ ਉਹਦੇ ਵਿੱਚ ਕੀ ਆਪਣੇ ਕੋਲੇ ਬੋਥ ਵਿਊਜ਼ ਜਿਹੜਾ ਐਸੇ ਹੈਗਾ ਗਾ, ਤਾਂ ਉਹ 'ਚ ਆਪਾਂ ਕੀ ਕਰਨਾ, ਪਹਿਲਾਂ ਸਟੇਟਮੈਂਟ ਦੇਖ ਲੈਂਦੇ ਹਾਂ। ਠੀਕ ਆ, ਸਮ ਪੀਪਲ ਸੇ ਦੈਟ ਪ੍ਰੋਟੈਕਟਿੰਗ ਦਾ ਇਨਵਾਇਰਮੈਂਟ ਇਜ਼ ਗੌਰਮੈਂਟ ਰਿਸਪੋਂਸੀਬਿਲਿਟੀ। ਠੀਕ ਆ, ਕਿ ਕੁਛ ਲੋਕ ਕੀ ਕਹਿ ਰਹੇ ਹੈਗੇ ਆ ਕਿ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਗੌਰਮੈਂਟ ਦੀ ਜਿਹੜੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਉਹ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰੇ। ਠੀਕ ਆ, ਤਾਂ ਉਸ ਤੋਂ ਬਾਅਦ ਕੀ ਆ, ਅਦਰ ਬਲੀਵ ਦੈਟ ਐਵਰੀ ਇੰਡੀਵਿਜੂਅਲ ਸ਼ੁੱਡ ਬੀ ਰਿਸਪੋਂਸੀਬਲ, ਪਰ ਅੱਧੇ ਲੋਕ ਇਹ ਸੋਚਦੇ ਹੈਗੇ ਆ ਕਿ ਨਹੀਂ, ਇਹ ਹਰ ਇੱਕ ਪਰਸਨ ਦੀ ਰਿਸਪੋਂਸੀਬਿਲਿਟੀ ਹੈ। ਠੀਕ ਆ, ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ।
ਤੇ ਉਸ ਤੋਂ ਬਾਅਦ ਕੀ ਆ ਆਪਾਂ ਕੀ ਕਰਨਾ ਹੁੰਦਾ ਗਾ ਜਾਣੀ ਕਿ ਰੀਫਰੇਸ ਕਰਨੀ ਹੈ ਪਲੱਸ ਥੀਸਿਸ ਲਾਈਨ ਦੇਣੀ ਹੈ ਇੰਟਰੋ ਦੇ ਵਿੱਚ ਠੀਕ ਆ। ਤੇ ਇੰਟਰੋ ਲਈ ਆਪਾਂ ਕੀ ਕੀਤਾ ਠੀਕ ਆ, ਜੇ ਤੁਸੀਂ ਪੈਸਿਵ ਵੀ ਐਡ ਕਰਨਾ ਚਾਹੁੰਦੇ ਸਟਾਰਟਿੰਗ ਇੱਥੋਂ ਕਰੋ, ਜਾਣੀ ਕਿ ਜੇ ਮੈਂ ਤੁਹਾਨੂੰ ਤੁੱਕਾ ਦੱਸਾਂ ਪੈਸਿਵ ਦਾ ਕਰਨ ਲਈ ਤੁਸੀਂ ਸਟਾਰਟਿੰਗ ਜਿਹੜਾ ਪੈਸਿਵ ਕਰ ਲਓ, ਜਿੱਦਾਂ ਕਿ ਹੈ ਨਾ ਸਮ ਪੀਪਲ ਸੇ ਦੈਟ ਹੈ ਨਾ, ਤਾਂ ਉਹਦੇ ਵਿੱਚ ਜਿਹੜਾ ਤੁਸੀਂ ਇਟ ਇਜ਼ ਸੈਡ ਬਾਈ ਸਮ ਪੀਪਲ, ਤਾਂ ਉਹ ਇੱਦਾਂ ਕਰਕੇ ਜਿਹੜਾ ਪੈਸਿਵ ਫਾਰਮ 'ਚ ਵੀ ਪਾ ਸਕਦੇ ਹਾਂ। ਅਤੇ ਇੱਥੇ ਮੈਂ ਤੁਹਾਨੂੰ ਕੀ ਹੈ ਜਿਹੜਾ ਆਪਣੇ ਕੋਲ ਜਿਹੜਾ ਈਦਰ ਔਰ ਵੈਦਰ ਔਰ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਤੁਸੀਂ ਬੋਥ ਵਿਊਜ਼ 'ਚ ਕਿਸ ਤਰੀਕੇ ਨਾਲ ਉਸ ਸੈਂਟੈਂਸ ਟਾਈਪ ਨੂੰ ਯੂਜ਼ ਕਰ ਸਕਦੇ ਆਪਾਂ ਉਹਦੀ ਗੱਲ ਕਰਦੇ ਹਾਂ ਠੀਕ ਆ। ਥੀਸ ਡੇਜ਼ ਆਪਾਂ ਕਿਹਾ ਹੁਣ ਦੇ ਜਿਹੜੇ ਦਿਨ ਹੈਗੇ ਆ ਅੱਜ ਕੱਲ੍ਹ ਦੇ ਦਿਨ ਇਹਨਾਂ 'ਚ ਕੀ ਹੋ ਰਿਹਾ ਕਿ ਪੀਪਲ ਹੋਲਡ ਡਿਫਰੈਂਟ ਵਿਊਜ਼, ਜਿਹੜੇ ਲੋਕਾਂ ਕੋਲ ਕਿ ਡਿਫਰੈਂਟ ਵਿਊਜ਼ ਉਹਨਾਂ ਦੇ ਹੋਲਡ ਕੀਤੇ ਹੋਏ ਆ ਅਬਾਊਟ ਵੈਦਰ ਦਾ ਅਥੋਰਿਟੀ। ਦੇਖੋ ਲਾਅ ਮੇਕਰ ਹੈਗਾ ਤਾਂ ਆਪਾਂ ਗਵਰਨਮੈਂਟ ਹੈਗਾ ਤਾਂ ਆਪਾਂ ਕੀ ਅਥੋਰਿਟੀ ਕਰ ਦਿੱਤਾ ਠੀਕ ਆ, ਮਤਲਬ ਵਰਡ ਚੇਂਜ ਕਰ ਦਿੱਤਾ, ਸ਼ੁੱਡ ਬੀ ਰਿਸਪੋਂਸੀਬਿਲਿਟੀ ਆਫ ਪ੍ਰੀਜ਼ਰਵਿੰਗ ਠੀਕ ਆ। ਤਾਂ ਆਪਣੇ ਕੋਲੇ ਕੀ ਸੀਗਾ, ਆਪਣੇ ਕੋਲੇ ਪ੍ਰੋਟੈਕਟ ਸੀਗਾ ਤਾਂ ਆਪਾਂ ਪ੍ਰੀਜ਼ਰਵਿੰਗ ਕਰ ਦਿੱਤਾ, ਪ੍ਰੀਜ਼ਰਵਿੰਗ ਦਾ ਕਲਾਈਮੇਟ, ਆਪਣੇ ਕੋਲੇ ਇਨਵਾਇਰਮੈਂਟ ਸੀ ਦੈਨ ਆਪਾਂ ਕਲਾਈਮੇਟ ਕਰਤਾ, ਉਸ ਤੋਂ ਬਾਅਦ ਕੀ ਆਪਾਂ ਔਰ ਪਾ ਦਿੱਤਾ। ਜਦੋਂ ਦੋ ਆਪਸ਼ਨਸ ਹੋਣ ਨਾ ਆਪਣੇ ਕੋਲੇ ਆਪਾਂ ਉਦੋਂ ਵੈਦਰ ਔਰ ਈਦਰ ਔਰ ਦਾ ਜਿਹੜਾ ਯੂਜ਼ ਕਰਦੇ ਹੁੰਦੇ ਆ ਠੀਕ ਆ। ਉਸ ਤੋਂ ਬਾਅਦ ਆਪਾਂ ਦੂਸਰੇ 'ਚ ਕਿ ਈਚ ਪਰਸਨ ਇਜ਼ ਰਿਸਪੋਂਸੀਬਲ ਠੀਕ ਆ, ਤਾਂ ਹਰ ਇੱਕ ਜਿਹੜਾ ਪਰਸਨ ਇਸ ਇਹਦਾ ਸੇਮ ਮੀਨਿੰਗ ਨਿਕਲੂਗਾ ਐਜ਼ ਜਿੱਦਾਂ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਠੀਕ ਆ। ਤਾਂ ਅੱਗੇ ਆਪਣੇ ਕੋਲ ਕੀ ਹੈਗਾ ਗਾ ਥੀਸਿਸ ਲਾਈਨ ਦੇਣੀ ਆ, ਥੀਸਿਸ ਲਾਈਨ ਹਮੇਸ਼ਾ ਸਿੰਪਲ ਦਿਓ ਠੀਕ ਆ। ਜਿਹੜੇ ਸਟੂਡੈਂਟ ਕਾਫੀ ਟਾਈਮ ਤੋਂ ਜਿਹੜਾ ਮਤਲਬ ਕਿ ਫੋਲੋ ਕਰ ਰਹੇ ਹੈਗੇ ਆ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਥੀਸਿਸ ਲਾਈਨ ਜਿਹੜੀ ਸਿੰਪਲ ਦੇਣ ਦੇ ਵਿੱਚ ਕੀ ਆਪਣਾ ਜਿਹੜਾ ਹੈਗਾ ਗਾ ਬੈਨੀਫਿਟ ਠੀਕ ਆ। ਤਾਂ ਆਪਾਂ ਕੀ ਕਰੀਏ ਆਈ ਵਿਲ ਡਿਸਕਸ ਦਾ ਬੋਥ ਵਿਊਜ਼ ਅਲੋਂਗ ਵਿਦ ਮਾਈ ਪਰਸਪੈਕਟਿਵ, ਕਿ ਮੈਂ ਕੀ ਆ ਦੋ ਵਿਊਜ਼ ਜਿਹੜਾ ਦੋਨੋਂ ਵਿਊਜ਼ ਡਿਸਕਸ ਕਰੂੰਗਾ ਅਲੋਂਗ ਵਿਦ ਮਾਈ ਪਰਸਪੈਕਟਿਵ। ਪਰਸਪੈਕਟਿਵ ਦਾ ਮਤਲਬ ਹੁੰਦਾ ਓਪੀਨੀਅਨ ਠੀਕ ਆ। ਤਾਂ ਉਸ ਤੋਂ ਬਾਅਦ ਕੀ ਆਪਣੇ ਕੋਲੇ ਇਹ ਹੋ ਗਈ ਆਪਣੀ ਰੀਫਰੇਸ ਪਲੱਸ ਥੀਸਿਸ ਲਾਈਨ ਠੀਕ ਆ। ਤਾਂ ਆਪਣੇ ਕੋਲ ਕੀ ਆ ਉਸ ਤੋਂ ਬਾਅਦ ਆਪਾਂ BP1 ਸਟਾਰਟ ਕਰਦੇ ਹੁੰਦੇ ਹਾਂ। BP1 ਦੇ ਵਿੱਚ ਮੈਂ ਹਮੇਸ਼ਾ ਸਟਰਕਚਰ ਹਰ ਇੱਕ ਐਸੇ ਦੇ ਵਿੱਚ ਚੰਗੀ ਤਰ੍ਹਾਂ ਸਮਝਾਉਂਦੀ ਹੁੰਦੀ ਹਾਂ, ਜੇ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਜਿਹੜਾ ਸਟਰਕਚਰ ਵਾਲੀ ਵੀਡੀਓ ਦੇਖ ਸਕਦੇ ਆ ਹਰ ਇੱਕ ਦੇ ਵਿੱਚ ਠੀਕ ਆ। ਤਾਂ ਇਹਦੇ ਵਿੱਚ ਆਪਣੇ ਕੋਲ ਮੈਂ ਥੋੜ੍ਹਾ ਜਿਹਾ ਉੱਪਰ ਦੱਸ ਦਿੰਦੀ ਹੈਗੀ ਓਵਰਆਲ ਜਾਂ ਕਿ ਇਹ 'ਚ 5 ਥਿੰਗਸ ਹੁੰਦੀਆਂ ਆਪਣੀ ਬੇਸਿਕ ਲਾਈਨ, ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ ਠੀਕ ਹੈ। ਇਹਦੇ ਨਾਲ ਆਪਣਾ ਇੱਕ BP ਕੰਪਲੀਟ ਹੁੰਦਾ, ਇਸੇ ਤਰੀਕੇ ਨਾਲ BP2 ਠੀਕ ਆ। ਹੁਣ ਆਪਾਂ ਪੜ੍ਹਦੇ ਹਾਂ ਕਿਉਂਕਿ ਵੀਡੀਓ ਕਾਫੀ ਲੈਂਥੀ ਹੋ ਰਹੀ ਆ। ਟੂ ਬਿਗਨ ਵਿਦ lawmaker play an important role in taking care of the atmosphere ਠੀਕ ਆ। ਤਾਂ lawmaker ਹੁਣ ਆਪਾਂ ਇੱਥੇ ਅਥੋਰਿਟੀ ਪਹਿਲਾਂ ਆਪਾਂ ਸਟੇਟਮੈਂਟ ਦੇ ਵਿੱਚ ਕੀ ਕੀਤਾ ਇੰਟਰੋ ਦੇ ਵਿੱਚ ਅਥੋਰਿਟੀ ਕਰਤਾ ਸੀ, ਦੈਨ ਹੁਣ ਆਪਾਂ lawmaker ਕਰ ਦਿੱਤਾ ਠੀਕ ਆ ਕਿ ਇੱਕ ਪਲੇ ਕਰਦੀ ਹੈ ਇੰਪੋਰਟੈਂਟ ਰੋਲ ਕੀ ਟੇਕਿੰਗ ਕੇਅਰ ਆਫ ਐਟਮੋਸਫੇਅਰ। ਤਾਂ ਇੱਥੇ ਆਪਾਂ ਇਨਵਾਇਰਮੈਂਟ ਨੂੰ ਐਟਮੋਸਫੇਅਰ ਲਿਖਤਾ, ਦੇਖੋ ਤੁਸੀਂ ਕਲਾਈਮੇਟ ਲਿਖ ਸਕਦੇ ਹੋ, ਐਟਮੋਸਫੇਅਰ ਲਿਖ ਸਕਦੇ ਹੋ, ਸਰਾਊਂਡਿੰਗ ਲਿਖ ਸਕਦੇ, ਇਨਵਾਇਰਮੈਂਟ ਲਿਖ ਸਕਦੇ ਹਾਂ। ਤਾਂ ਕਿੰਨੇ ਵਰਡਸ ਆਪਣੇ ਕੋਲੇ ਹੈ ਨਾ। ਤਾਂ ਫਰਸਟਲੀ ਆਪਾਂ ਹੁਣ ਟਾਸਕ ਸਟੇਟਮੈਂਟ ਦੇਣ ਜਾ ਰਹੇ ਹਾਂ। ਫਰਸਟਲੀ ਇੱਕ ਕਨੈਕਟਰ ਯੂਜ਼ ਕੀਤਾ, ਟੂ ਬਿਗਨ ਵਿਦ ਵੀ ਇੱਕ ਕਨੈਕਟਰ ਆ। ਕਨੈਕਟਰ ਜਿਹੜੇ ਕਨੈਕਟੀਵਿਟੀ ਲੈ ਕੇ ਆਉਂਦੇ ਐਸੇ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਠੀਕ ਆ। ਤਾਂ ਆਪਾਂ ਕੀ ਕਿਹਾ ਗਵਰਨਮੈਂਟ ਹੈਵ ਦਾ ਪਾਵਰ ਔਰ ਅਬਿਲਿਟੀ ਟੂ ਪ੍ਰੀਜ਼ਰਵ ਦਾ ਇਨਵਾਇਰਮੈਂਟ ਕੰਡੀਸ਼ਨ। ਆਪਾਂ ਜਿਹੜਾ ਟਾਸਕ ਸਟੇਟਮੈਂਟ ਦੇ ਵਿੱਚ ਇਹ ਦੱਸਦਾ ਕਿ ਗਵਰਨਮੈਂਟ ਕੋਲੇ ਹੀ ਪਾਵਰ ਹੁੰਦੀ ਆ ਕਿ ਉਹ ਜਿਹੜੀ ਅਬਿਲਿਟੀ ਐਂਡ ਪਾਵਰ ਹੁੰਦੀ ਆ ਕਿ ਉਹ ਪ੍ਰੀਜ਼ਰਵ ਕਰ ਸਕੇ ਇਨਵਾਇਰਮੈਂਟ ਦੀ ਕੰਡੀਸ਼ਨ ਨੂੰ। ਉਹ ਕਿੱਦਾਂ ਹੁਣ ਆਪਾਂ ਐਲੈਬੋਰੇਸ਼ਨ ਦੇ ਵਿੱਚ ਦੱਸਾਂਗੇ ਕਿੱਦਾਂ ਉਹਨਾਂ ਦੀ ਜਿਹੜੀ ਅਬਿਲਿਟੀ ਹੈ ਕੰਮ ਕਰਦੀ ਹੈ ਜਾਂ ਫਿਰ ਕਿੱਦਾਂ ਉਹਨਾਂ ਕੋਲੇ ਹੈਗੀ ਹੈ ਠੀਕ ਆ। ਉਸ ਤੋਂ ਬਾਅਦ ਕੀ ਆਪਾਂ ਕਰ ਰਹੇ ਹਾਂ ਟੂ ਐਲੈਬੋਰੇਟ, ਇੱਕ ਕਨੈਕਟਰ ਆ ਮਤਲਬ ਐਗਜ਼ਾਮੀਨਰ ਨੂੰ ਉਦੋਂ ਹੀ ਪਤਾ ਚੱਲ ਗਿਆ ਕਿ ਤੁਸੀਂ ਇਸੇ ਆਈਡੀਆ ਨੂੰ ਐਕਸਪਲੇਨ ਕਰਨ ਜਾ ਰਹੇ ਆ ਠੀਕ ਆ। ਤਾਂ ਆਪਣੇ ਕੋਲ ਕੀ ਆ ਗਿਆ ਦ ਲਾਰਜੈਸਟ ਅਮਾਊਂਟ ਆਫ ਪੋਲਿਊਸ਼ਨ ਇਜ਼ ਨੋਰਮਲੀ ਕ੍ਰੀਏਟਡ ਬਾਏ ਇੰਟਰਪ੍ਰਾਈਜ਼ ਐਜ਼ ਵੈਲ ਐਜ਼ ਫੈਕਟਰੀਜ਼ ਠੀਕ ਆ। ਤੇ ਜਿਹੜੇ ਆਪਣੇ ਕੋਲੇ ਉਦਯੋਗ ਵਗੈਰਾ ਹੁੰਦੇ ਹੈਗੇ ਫੈਕਟਰੀਜ਼ ਵਗੈਰਾ ਹੈ ਨਾ, ਅਤੇ ਜ਼ਿਆਦਾ ਪੋਲਿਊਸ਼ਨ ਕੀ ਹੁੰਦਾ ਇਹਨਾਂ ਦੁਆਰਾ ਹੀ ਜਿਹੜਾ ਪ੍ਰੋਡਿਊਸ ਕੀਤਾ ਲਾਰਜ ਅਮਾਊਂਟ ਜਿਹੜੀ ਹੈਗੀ ਇਹਨਾਂ ਦੁਆਰਾ ਪ੍ਰੋਡਿਊਸ ਕੀਤੀ ਜਾਂਦੀ ਆ। ਆਪਾਂ ਦੇਖੋ ਸੈਂਟੈਂਸ ਜਿਹੜੀ ਫਾਰਮ ਬਣਾ ਰਹੇ ਪਹਿਲਾਂ ਕੰਪਲੈਕਸ ਸੈਂਟੈਂਸ ਆਪਾਂ ਉਹਦੇ ਵਿੱਚ ਇੰਟਰੋ ਦੇ ਵਿੱਚ ਐਡ ਕਰ ਦਿੱਤਾ ਸੀਗਾ ਵੈਦਰ ਔਰ ਵਾਲਾ ਇੱਕ ਕੰਪਲੈਕਸ ਠੀਕ ਆ ਸੈਂਟੈਂਸ ਆਪਣੇ ਕੋਲੇ। ਉਸ ਤੋਂ ਬਾਅਦ ਜਦੋਂ ਆਪਾਂ BP ਮਤਲਬ ਕਿ 1 ਦੇ ਵਿੱਚ ਆਏ ਤਾਂ ਆਪਾਂ ਕੀ ਕਰ ਦਿੱਤਾ ਹੈਗਾ ਕਿ ਪੈਸਿਵ ਫਾਰਮ ਐਡ ਕੀਤੀ ਹੈਗੀ ਹੈ ਠੀਕ ਆ। ਤਾਂ ਜਿਹੜੀ ਲਾਰਜ ਅਮਾਊਂਟ ਆਪਾਂ ਦਿੱਤਾ ਕ੍ਰੀਏਟਡ ਬਾਏ ਠੀਕ ਆ। ਤਾਂ ਉਹ ਜਿਹੜੇ ਆਪਣਾ ਇੱਕ ਇਹ ਹੋ ਗਿਆ ਸੈਂਟੈਂਸ ਆਪਣਾ ਪੈਸਿਵ ਫਾਰਮ ਦੇ ਵਿੱਚ ਠੀਕ ਆ। ਐਂਡ ਓਨਲੀ ਅਥੋਰਿਟੀ ਹੈਵ ਪਾਵਰ ਟੂ ਫੇਸ them ਟੂ ਕੰਟਰੋਲ ਪੋਲਿਊਸ਼ਨ ਇਨ ਦਾ ਰੀਜ਼ਨੇਬਲ ਮੈਜ਼ਰਮੈਂਟ ਠੀਕ ਆ। ਕਿ ਓਨਲੀ ਕੀ ਹੈਗੀ ਆ ਜਿਹੜੀ ਅਥੋਰਿਟੀ ਆ ਉਹਨਾਂ ਨੂੰ ਮਤਲਬ ਕਿ ਫੋਰਸ ਕਰ ਸਕਦੀ ਆ ਜਾਂ ਮਤਲਬ ਕਿ ਉਹਨਾਂ ਨੂੰ ਜਿਹੜਾ ਹੈ ਉਹਦੇ ਕੋਲ ਪਾਵਰ ਹੈਗੀ ਆ ਕਿ ਉਹ ਫੇਸ ਕਰੇ ਇਹਨਾਂ ਫੈਕਟਰੀਜ਼ ਵਗੈਰਾ ਨੂੰ ਕਿ ਉਹ ਇੱਕ ਮਤਲਬ ਕਿ ਥੋੜ੍ਹੀ ਅਮਾਊਂਟ ਦੇ ਵਿੱਚ ਜਿੱਦਾਂ ਕਿ ਪੋਲਿਊਸ਼ਨ ਜਿਹੜਾ ਕਰਨਾ ਹੈ ਨਾ।
ਤਾਂ ਇਸ ਤਰੀਕੇ ਨਾਲ ਆਪਾਂ ਐਲੈਬੋਰੇਸ਼ਨ ਕਰ ਦਿੱਤੀ। ਉਹ ਤੋਂ ਬਾਅਦ ਕੀ ਆਪਣੇ ਕੋਲ ਹੈਗਾ ਫॉर इंस्टांस, ਠੀਕ ਆ, ਮਤਲਬ ਐਗਜ਼ਾਮਪਲ। ਤੇ ਐਗਜ਼ਾਮਪਲ ਦੀ ਇੱਕ ਹੈਬਿਟ ਜ਼ਰੂਰ ਬਣਾ ਲਓ। ਇੱਕ ਤਾਂ ਜਿਹੜੀ ਐਗਜ਼ਾਮਪਲ ਹੈਗੀ ਵਰਡ ਵਾਈਡ ਹੋਣੀ ਚਾਹੀਦੀ। ਕੁਝ ਬੱਚਿਆਂ ਦਾ ਜਿਹੜਾ ਮੈਸੇਜ ਇਹ ਆ ਰਿਹਾ ਹੈਗਾ ਕਿ ਆਪਾਂ ਸਰਵੇ ਨਹੀਂ ਐਡ ਕਰ ਸਕਦੇ, ਠੀਕ ਹੈ, ਜਾਂ ਫਿਰ ਸਰਵੇ ਕਰਨਾ ਹੈਗਾ ਤਾਂ ਆਪਾਂ ਉਹਨੂੰ ਹਮੇਸ਼ਾ ਪਾਸਟ ਵਿੱਚ ਕਰਨਾ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਕਿਤੇ ਨਹੀਂ ਇਹ ਲਿਖਿਆ ਹੈਗਾ ਤੁਸੀਂ ਝੂਠਾ ਸਰਵੇ ਵੀ ਪਾਓਗੇ ਉਹ ਵੀ ਚੱਲੇਗਾ, ਠੀਕ ਆ। ਬਟ ਇਹ ਕੀ ਆ, ਐਗਜ਼ਾਮਪਲ ਤੁਹਾਡੀ ਵਰਡ ਵਾਈਡ ਹੋਣੀ ਚਾਹੀਦੀ, ਪਰਸਨਲ ਨਹੀਂ। ਇਹ ਨਹੀਂ ਤੁਸੀਂ ਆਪਣੇ ਫਰੈਂਡ ਦੀ ਪਾ ਦਿੱਤੀ, ਆਪਣੇ ਕਿਸੇ ਹੈ ਨਾ ਮਤਲਬ ਕਿ ਜਾਣ ਪਛਾਣ ਦੀ ਉੱਦਾਂ ਨਹੀਂ ਪਾਉਣੀ ਹੈਗੀ, ਵਰਡ ਵਾਈਡ ਪਾਉਣੀ ਹੈਗੀ, ਠੀਕ ਆ। ਅਤੇ ਇੱਕ ਗੱਲ ਹੋਰ ਹੈਗੀ, ਤੁਸੀਂ ਜੇ ਕੋਈ ਈਅਰ ਵੀ ਮੈਂਸ਼ਨ ਕਰ ਦੋਗੇ ਐਗਜ਼ਾਮਪਲ 'ਚ ਕੁਛ ਨਹੀਂ ਹੈਗਾ, ਤੁਸੀਂ ਈਵਨ ਪ੍ਰਡਿਕਸ਼ਨ ਵੀ ਐਡ ਕਰ ਸਕਦੇ। ਜਿੱਦਾਂ ਤੁਸੀਂ ਕਿਸੇ ਸਰਵੇ ਨੇ ਮਤਲਬ ਕੀਤਾ, ਉਹਨੇ ਕੁਛ ਪ੍ਰਡਿਕਟ ਕੀਤਾ ਇਨ ਫਿਊਚਰ ਬਾਰੇ, ਹੈ ਨਾ। ਜਿੱਦਾਂ ਕੋਈ ਆ ਗਿਆ ਤੁਹਾਡੇ ਕੋਲ ਪੋਲਿਊਸ਼ਨ ਦਾ ਹੈਗਾ ਵੀ ਪੋਲਿਊਸ਼ਨ ਆ ਮਤਲਬ ਕਿ ਇਨ ਫਿਊਚਰ ਦੇ ਵਿੱਚ ਕਿੰਨਾ ਕੁ ਹਾਨੀਕਾਰਕ ਹੋਊਗਾ, ਤੁਸੀਂ ਇਹਦੇ ਵਿੱਚ ਸਰਵੇ ਪਾਉਣਾ ਹੋਵੇ, ਹੈ ਨਾ, ਵੀ ਮਤਲਬ ਕਿ ਇਹ ਜਿਹੜਾ ਮਤਲਬ ਕਿ ਇਨਵਾਇਰਮੈਂਟ ਡਿਪਾਰਟਮੈਂਟ ਨੇ ਇਹ ਫਾਊਂਡ ਕਰ ਲਿਆ ਕਿ ਜਿਹੜਾ ਆਪਣੇ ਕੋਲ ਹੈਗਾ ਪੋਲਿਊਸ਼ਨ ਉਹ ਕਾਫੀ ਜਿਹੜਾ ਮਤਲਬ ਹੋਊਗਾ, ਇਹ ਪ੍ਰਡਿਕਸ਼ਨ ਹੋਊਗੀ। ਤੁਸੀਂ ਈਵਨ ਪ੍ਰਡਿਕਸ਼ਨ ਵੀ ਐਡ ਕਰ ਸਕਦੇ ਆ, ਠੀਕ ਆ। ਅਤੇ ਇਹਦਾ ਕੋਈ ਨਹੀਂ ਮਤਲਬ ਹੁੰਦਾ ਤੁਸੀਂ ਪਾਸਟ ਪਾ ਰਹੇ ਹੋ, ਪ੍ਰੈਜ਼ੈਂਟ 'ਚ ਪਾ ਰਹੇ ਹੋਗੇ ਆ, ਠੀਕ ਆ, ਕਿਉਂਕਿ ਆਪਾਂ ਨੂੰ ਕਿਤੇ ਨਹੀਂ ਦੱਸਿਆ ਕਿ ਤੁਸੀਂ ਐਸੇ ਪਾਸਟ ਦੇ ਵਿੱਚ ਲਿਖਣਾ, ਪ੍ਰੈਜ਼ੈਂਟ ਦੇ ਵਿੱਚ ਲਿਖਣਾ, ਠੀਕ ਆ, ਇਨ ਫਿਊਚਰ ਦੇ ਵਿੱਚ ਲਿਖਣਾ, ਤਾਂ ਕੁਛ ਨਹੀਂ ਇੱਦਾਂ। ਤੁਸੀਂ ਕੋਈ ਵੀ ਜਿਹੜਾ ਪਾਓ, ਬਟ ਜਿਹੜੀ ਐਗਜ਼ਾਮਪਲ ਆ ਵਰਡ ਵਾਈਡ ਹੋਣੀ ਚਾਹੀਦੀ ਹੈ। ਫॉर इंस्टांस ਤੁਸੀਂ ਐਗਜ਼ਾਮਪਲ ਦੇ ਲਈ ਇੱਕ ਕਨੈਕਟਰ ਯੂਜ਼ ਕੀਤਾ, ਮਤਲਬ ਕਿ ਐਗਜ਼ਾਮੀਨਰ ਨੂੰ ਪਤਾ ਲੱਗ ਗਿਆ ਕਿ ਐਗਜ਼ਾਮਪਲ ਦੇਣ ਜਾ ਰਿਹਾ। ਜਦੋਂ ਤੁਸੀਂ ਆਪਣੇ ਨਹੀਂ ਯੂਜ਼ ਕਰਦੇ ਨਾ ਕਨੈਕਟਰਸ, ਤਾਂ ਉਹਨਾਂ ਨਾਲ ਕਨੈਕਟੀਵਿਟੀ ਨਹੀਂ ਆਉਂਦੀ ਐਸੇ ਦੇ ਵਿੱਚ। ਜਿੱਦਾਂ ਹੁਣ ਐਲੈਬੋਰੇਸ਼ਨ ਤੋਂ ਬਾਅਦ ਸਿੱਧਾ ਤੁਸੀਂ ਅ ਸਰਵੇ ਵਾਸ ਪਾ ਦਿਓ, ਹੈ ਨਾ, ਪਤਾ ਹੀ ਨਹੀਂ ਚੱਲਣਾ ਹੈਗਾ ਵੀ ਐਲੈਬੋਰੇਸ਼ਨ ਕੀਤੀ ਹੈਗੀ ਕਿ ਕੀ ਕਰ ਰਹੇ ਹੈਗੇ। ਇਸ ਲਈ ਤੁਸੀਂ ਫॉर इंस्टांस ਪਾਓਗੇ, ਇਮੀਡੀਏਟਲੀ ਐਗਜ਼ਾਮੀਨਰ ਨੂੰ ਪਤਾ ਚੱਲ ਜਾਏਗਾ ਕਿ ਮਤਲਬ ਕਿ ਐਗਜ਼ਾਮਪਲ ਹੈਗੀ ਆ, ਠੀਕ ਆ। ਅ ਸਰਵੇ ਵਾਸ ਕੰਡਕਟਡ ਬਾਈ BBC ਨਿਊਜ਼ ਚੈਨਲ। ਇੱਕ ਹੈਬਿਟ ਬਣਾ ਲਓ, ਮੈਂ ਜਿਹੜਾ ਕਹਿ ਰਹੀ ਸੀ ਕਿ ਜਿਹੜੀ ਤੁਹਾਡੀ ਐਗਜ਼ਾਮਪਲ ਆ ਉਹ ਕੀ ਹੋਣੀ ਚਾਹੀਦੀ ਆ, ਇੱਕ ਤਾਂ ਵਰਡ ਵਾਈਡ ਹੋਣੀ ਚਾਹੀਦੀ ਹੈ, ਅਤੇ ਸੈਕਿੰਡਲੀ ਕੀ ਹੈਗੀ ਆ ਉਹ ਆਪਣੀ ਪੈਸਿਵ ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਆ। ਮਤਲਬ ਪੈਸਿਵ ਫਾਰਮ 'ਚ ਹੀ ਪਾਉਣੀ ਹੈਗੀ ਆ ਤੁਸੀਂ। ਮਤਲਬ ਜੇ ਤਾਂ ਕਿਸੇ ਸਟੂਡੈਂਟ ਨੂੰ ਚੰਗੀ ਤਰ੍ਹਾਂ ਪੈਸਿਵ ਦਾ ਮਤਲਬ ਪਤਾ ਹੈਗਾ, ਉਹ ਇਹ ਕਰ ਸਕਦਾ ਹੈਗਾ ਵੀ ਉਹ ਮਤਲਬ ਕਿ ਜੇ ਐਗਜ਼ਾਮਪਲ ਨਹੀਂ ਪਾ ਰਿਹਾ ਪੈਸਿਵ 'ਚ, ਤਾਂ ਹੋਰ ਜਗ੍ਹਾ 'ਤੇ ਜਿਹੜਾ ਮਤਲਬ ਯੂਜ਼ ਕਰ ਲਵੇ ਐਸੇ ਦੇ ਵਿੱਚ। ਬਟ ਜਿਹੜਾ ਨੂੰ ਪੈਸਿਵ ਦੇ ਵਿੱਚ ਪ੍ਰੋਬਲਮ ਆ, ਉਹਨਾਂ ਲਈ ਤੁੱਕਾ ਦੱਸ ਰਹੀ ਹੈਗੀਆਂ ਕਿ ਉਹ ਆਪਣੀ ਹੈਬਿਟ ਬਣਾ ਲੈਣ ਕਿ ਇੱਕ ਤਾਂ ਜਦੋਂ ਇੰਟਰੋ ਨੂੰ ਸਟਾਰਟ ਕਰਨਾ ਉਦੋਂ ਪੈਸਿਵ ਐਡ ਕਰ ਦਿਓ, 2 ਐਗਜ਼ਾਮਪਲ ਹੈਗੀਆਂ ਆਪਣੇ ਕੋਲ ਉਦੋਂ ਪੈਸਿਵ ਐਡ ਕਰ ਦਿਓ, 3 ਪੈਸਿਵ ਐਡ ਕਰ ਦਿਓ, ਅਤੇ ਪੈਸਿਵ ਵਾਲਾ ਜਿਹੜਾ ਤੁਹਾਡਾ ਚੈਪਟਰ ਕਲੀਅਰ ਹੋ ਜਾਊਗਾ, ਠੀਕ ਆ। ਅ ਸਰਵੇ ਵਾਸ ਕੰਡਕਟਡ ਬਾਈ BBC ਨਿਊਜ਼ ਚੈਨਲ, ਠੀਕ ਹੈ। ਨਿਊਜ਼ ਚੈਨਲ ਦੇ ਦੁਆਰਾ ਕੀ ਹੋਇਆ, ਇੱਕ ਜਿਹੜਾ ਸਰਵੇ ਕੀਆ ਫਾਊਂਡ ਕੀਤਾ ਮਤਲਬ ਕਿ ਕੰਡਕਟ ਕੀਤਾ ਗਿਆ, ਉਹਨਾਂ ਨੇ ਫਾਊਂਡ ਕੀਤਾ ਕਿ ਦੈਟ ਇੰਡੀਅਨ ਗੌਰਮੈਂਟ ਇੰਪਲੀਮੈਂਟਡ ਲਾਜ਼ ਫॉर ਇਨਕਰੇਜਿੰਗ ਫੈਕਟਰੀ ਮੂਵ ਟੂ ਕੰਟਰੀ ਸਾਈਡ ਰੈਦਰ ਦੈਨ ਸਟੇਇੰਗ ਇਨ ਦ ਸਿਟੀਜ਼। ਉਹ ਸਰਵੇ ਦੇ ਵਿੱਚ ਕੀ ਹੋਇਆ ਸੀਗਾ ਕਿ ਗੌਰਮੈਂਟ ਨੇ ਕੀ ਕੀਤਾ ਸੀਗਾ, ਲਾਅ ਜਿਹੜੇ ਇੰਪਲੀਮੈਂਟ ਦਾ ਮਤਲਬ ਹੁੰਦਾ ਲਾਗੂ ਕਰਨਾ, ਠੀਕ ਹੈ। ਲਾਜ਼ ਜਿਹੜੇ ਸੀਗੇ ਲਾਗੂ ਕਰ ਦਿੱਤੇ, ਰੂਲਸ। ਤਾਂ ਉਦੋਂ ਬਾਅਦ ਕੀ ਹੋਇਆ, ਉਹਨਾਂ ਨੇ ਕਾਹਦੇ ਲਈ ਕੀਤੇ ਸੀਗੇ ਕਿ ਜਿਹੜੀਆਂ ਫੈਕਟਰੀਜ਼ ਨੂੰ ਇਨਕਰੇਜ ਕਰਨ ਲਈ, ਤਾਂ ਜੋ ਕੰਟਰੀ ਮਤਲਬ ਕਿ ਜਾਣੀ ਕਿ ਸਿਟੀਜ਼ ਤੋਂ ਜਿਹੜਾ ਹਟ ਕੇ ਕੰਟਰੀ ਸਾਈਡ ਵਾਲਾ ਜਿਹੜਾ ਹੋ ਜਾਏ, ਠੀਕ ਆ। ਤਾਂ ਇਸ ਤਰੀਕੇ ਨਾਲ ਰੈਦਰ ਦੈਨ ਦਾ ਮਤਲਬ ਹੁੰਦਾ ਹੈਗਾ ਆਪਣਾ ਇੱਕ ਹੈਗਾ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਹੈਗਾ। ਰੈਦਰ ਦੈਨ ਆਪਾਂ ਉਦੋਂ ਕਰਦੇ ਹੁੰਦੇ ਜਦੋਂ ਆਪਾਂ ਪੰਜਾਬੀ 'ਚ ਕਹਿਣਾ ਹੋਵੇ ਬਜਾਏ, ਠੀਕ ਆ। ਹੁਣ ਆਪਣੇ ਕੋਲ ਕੀ ਆ ਗਿਆ ਐਜ਼ ਅ ਰਿਜ਼ਲਟ। ਹੁਣ ਤੁਸੀਂ ਰਿਜ਼ਲਟ ਕੱਢਣ ਲੱਗਿਆ ਮਤਲਬ BP ਦਾ ਓਵਰਆਲ, ਠੀਕ ਆ। it becomes a responsibility of government to make effort in order to save environment, ਠੀਕ ਆ। in order to ਇੱਕ ਕੰਪਲੈਕਸ ਟਾਈਪ ਹੈਗੀ ਆ, ਇਹ ਉਦੋਂ ਯੂਜ਼ ਕਰਦੇ ਹੁੰਦੇ ਆ ਜਦੋਂ ਆਪਾਂ ਨਾਲ ਦੱਸਣਾ ਹੁੰਦੇ ਵੀ ਇਹ ਚੀਜ਼ ਕਿਸ ਚੀਜ਼ ਦੇ ਲਈ ਕਰਨੀ। ਜਦੋਂ to ਯੂਜ਼ ਕਰਦੇ ਉਦੋਂ ਤੁਸੀਂ in order to ਕਰ ਸਕਦੇ ਹੋ, ਠੀਕ ਆ। save the environment, देखो ये हो गई अपनी इंट्रो एंड BP1, ठीक है। सेम स्ट्रक्चर आप BP2 जी यूज़ करांगे। तो हुण अपना जो बोथ व्यूज़ आ मतलब डिफरेंट व्यू आ। कनैक्टर अपना की होगा हाउ एवर, वाइल, वेयर एज, ठीक है। तो इदा ने कनैक्टर यूज़ करने, फर्दर मोर ओवर वाले नहीं करने है। कनैक्टर का भी सही यूज़ तुहानूं पता होना चाहिए। अपनी मेन नीड्स ऐसे दियां यही हैगियां, एक तो अपने कोल प्रॉपर स्ट्रक्चर होवे, ठीक है, ऐसे दा, दैन अपने कोल कंपलैक्स सेंटेंस होवे, उस तो बाद अपने कोल पैसिव होवे, ठीक है। तो एक अपने कोल की हैगा कनैक्टर होण, ठीक है। तो इन्हां नाल अपनी बहुत ज़्यादा हैल्प होंदी हैगी आ। तो तुसीं 7 ईजीली लैके, जे तुसीं रिच वकैब ऐड कर रहे हो तो फिर तो तुहाडी 7.58 तक जिहड़ी राइटिंग जाऊगी, ठीक है। तो हुण आपां की करदे हैगे आ, BP वाल चलदे आ, नैक्सट BP वाल, ठीक है। आप की कर दिता हाउ एवर मतलब दूसरे व्यू की गल, जो कनैक्टर लाने ना कनैक्टर के नाल ही हैल्प हो जाती है, मतलब एग्जामिनर नूं पता चल गया हुण दूसरा जिहड़ा मतलब कि व्यू की गल होण लगी आ। इट इज़ ट्रू दैट इंडिविजुअल्स इंपैक्ट ऑन द इन्वायरमेंट कैन नॉट बी निगलैक्टेड, ठीक है। जिहड़ा ये परसन जिहड़ा है इंडिविजुअल भी परसन नूं कहंदे आ कि जिहड़ा इंपैक्ट आ उन्हां दा इन्वायरमेंट ते वो निगलैक्ट नहीं किया जा सकता, ठीक है। द इन्वायरमेंट कैन बी प्रिवेंटेड बाई पीपल इन वैरीअस वेज, ये अपनी होगी जी
स्टेटमेंट, ठीक है, कि जे टास्क स्टेटमेंट होगी कि जो इन्वायरमेंट है कैन बी प्रिवेंटेड, पैसिव फॉर्म च पा देता आप, ठीक है, सेंटेंस बाय पीपल इन वेरीअस वेज, काफ़ी वेज है जिन्हों के नाल जिहड़ा कि प्रिवेंट कर सकते हैं। हुण आपां की कर रहे हैं, कनैक्टर चेंज किया टू एक्सप्लेन इट, क्योंकि आप BP1 दे विच टू एलैबोरेट लाया सीगा, वो आपां हुण नहीं लावांगे। टू एक्सप्लेन इट, इफ पीपल विल कंट्रोल द अमाउंट ऑफ वेस्ट then they can prevent their surrounding easily, ठीक है, तो की कर सकते हैं वो अपनी सराउंडिंग जी है ईजिली की कर सकते हैं, प्रिवेंट कर सकते हैं, ठीक है, जे वो की करन वेस्ट जोड़ा आप मतलब कि वेस्ट प्रोड्यूस करते वो अमाउंट में जोड़ा कि कंट्रोल कर लैन, ठीक है। तो ये अपना जो कंडीशनल सेंटेंस हो गया। कंडीशनल जी अपने को 3 टाइप की होंगी है। कंडीशनल सेंटेंस की मैं एक वक्री वीडियो बनाई है, जे किसी स्टूडेंट को कंडीशनल सेंटेंस के कोई प्रॉब्लम हैगी तो प्लीज़ उन्होंने जाके तुम चैक कर सकते हैं, ठीक है। तो उदों बाद की अपने को हुण अपनी आ गई एग्जाम्पल, ठीक है। फॉर एग्जाम्पल, अकॉर्डिंग टू अ सर्वे 70% विलेज एरियाज आर लैस पोल्यूटेड एज कंपेयर टू, ठीक है, एज कंपेयर टू एक कंपलैक्स टाइप अपने को एक कंपैरिजन कर ली दो चीज़ों का, जो दो चीज़ों तो वध तुसीं जदों कंपैरिजन करते हैं किसी चीज़ का नाल, तुसीं एज कंपेयर टू लिखते हैं, एक कंपलैक्स टाइप है, ठीक है। आप की कहते हैं विलेज एरियाज आर लैस पोल्यूटेड एज कंपेयर टू सिटीज़, जो सिटीज़ के मतलब कि कंपैरिजन करिए तो आप जो विलेज वाले वो घट जोड़े है पोल्यूट है, बिकॉज पीपल प्रोड्यूस लैस अमाउंट ऑफ वेस्ट ओवर देयर, क्यों, क्योंकि जो लोग उत्थे मतलब की करते हैं घट प्रोड्यूस करते हैं वेस्ट, मतलब कि लोगों पर डिपेंड होगा, जिन्ना वो ज़्यादा वेस्ट करेंगे उन्ना ही है ना ज़्यादा पोल्यूशन होगा, इसलिए की है लोगों की रिस्पोंसिबिलिटी बनती हैगी आ कि वो कंट्रोल करन वेस्ट नूं। तो उस तो बाद की अपने को आ गया हुण लास्ट दी रिजल्ट लई हुण आपां पहला की कीता सी एज अ रिजल्ट कनैक्टर, हुण आपां हैंस यूज़ करांगे। अगे आप लिखता इंडिविजुअल्स एफर्ट्स आर इक्वल इंपॉर्टेंट इन ऑर्डर टू सेव एटमोसफेयर, ठीक है, इन ऑर्डर टू फेयर कंपलैक्स टाइप आ अपने को। तो आप की कह दिता है कि इंडिविजुअल्स एफर्ट जोड़े है वो इक्वल इंपॉर्टेंट है कादे लई, टू सेव एटमोसफेयर नूं सेव कर लो, ठीक है। तो अपने को जो इन ऑर्डर टू है ना तुसीं इत्थे कलर 2 कर लो, क्योंकि अपने को सेंटेंस रिपीट हो गया, ठीक है। तो आप इत्थे ऑर्डर लास्ट लाया सीगा, तो तुसीं ये चीज़ का थोड़ा ध्यान रख लो, क्योंकि सेंटेंस अपने को जी टाइप आ वो रैपीटिशन ना हो, ठीक है। सेंटेंस की टाइप जी थोड़ी मतलब कि रैपीटिशन नहीं करनी। तो एक काफ़ी बच्चों जोड़ा कि एक वहम कह सकती हाँ मैं कि वो रहिंदा हैगा कि रैपीटिशन का मतलब कि वो समझते हैं कि देखो जी हुण अपने को गवर्नमेंट वर्ड हैगा, उन्होंने गवर्नमेंट जे स्टेटमेंट के विच लिख मतलब इंट्रो च गवर्नमेंट लिख लिया, ठीक है, मतलब वो सारे ऐसे लिख ही नहीं सकते, जो लिख लिया तो बई रैपीटिशन गिनी जाऊगी, ये नहीं हैगा, ये बिल्कुल गलत आ, ठीक है। मतलब ये हैगा जे तुसीं 5 जगह पर यूज़ करना, मान लो गवर्नमेंट वर्ड तुसीं ऐसे दे विच 5 जगह पर यूज़ करना गा, तो तुसीं 2 बारी गवर्नमेंट यूज़ कर लिया तो 3 बारी तुसीं कोई होर वर्ड जिद्दां अथॉरिटी लॉ मेकर यूज़ कर सकते हैं, तो वो रैपीटिशन नहीं गिनी जाऊगी। तुसीं 3 बारी भी गवर्नमेंट यूज़ कर लिया, 2 बारी भी कोई होर वर्ड यूज़ कर रहे हैं तो वो रैपीटिशन नहीं गिनी जाऊगी। बस ये होना चाहिए जो 2 लाइनां है जिद्दां हुण अपने कोले इत्थे है पीपल होल्ड डिफरेंट व्यूज़, तो मान लो इंट्रो आ 2 लाइनां इक्को है, उत्थे तुसीं ये नहीं भी पहली च गवर्नमेंट यूज़ करना पिया, दूसरी च भी तुहानूं गवर्नमेंट की गल करनी है तो दोनों च गवर्नमेंट करता, उत्थे तुसीं थोड़ा चेंज कर सकते, जिद्दां एक च लॉ मेकर कर दो एक सेंटेंस च, एक च गवर्नमेंट कर दो, ठीक है। हुण अपने को की आ गया इन कनकलूजन, ठीक है। तो कनकलूजन के विच आपां की करना, एक कनैक्टर यूज़ किया, आपां उदों बाद की कंपलैक्स सेंटेंस ऐड कर रहे हैं, ये सूटेबल है ऑल दो येट वाला, ठीक है। मोस्ट ऑफ दी जो टास्क है उन्होंने ऑल दो येट वाला ईजिली जो सेंटेंस टाइप यूज़ हो जाती है, ठीक है। ਇਹਦਾ मतलब ਹੁੰਦਾ ਭਾਵੇਂ ਇਹ ਹੈਗਾ फिर भी ਇਹ ਹੁੰਦਾ पंजाबी ਦੇ ਵਿੱਚ, ठीक है। ਹੁਣ देखो although government have, ठीक है, although government have high power as it can take स्ट्रिक्ट कंट्रोल, ठीक है, एज भी एक जो कंपलैक्स टाइप हैगा ये आप उदों यूज़ करते होंगे, देखो जिदा हम आप कह रहे हैं कि गवर्नमेंट जी हैगी वो हाई पावर आ, क्यों, क्योंकि वो जो स्ट्रिक्ट जोड़े मतलब कि लै सकती हैगी, ठीक है, तो वो कंट्रोल कर ली, ठीक है। हैव हाई पावर एज इट कैन टेक स्ट्रिक्ट रूल्स होगा, ठीक है, रूल्स टू कंट्रोल ओवर द क्लाइमेट बाय सैटिंग बाउंड्रीज, ठीक है। तो वो की कर सकती है कि जिहड़ियां बाउंड्रीज नूं सैटिंग करके, ठीक है, तो वो कर सकती उहदे कोल मतलब कि स्ट्रिक्ट जिहड़ा कंट्रोल कर सकती हैगी आ कारे ते ओवर द क्लाइमेट ते, ठीक है, बाय सैटिंग बाउंड्रीज, येट ईच इंडिविजुअल हैव इक्वल रिस्पोंसिबिलिटी, पर फिर भी जिहड़ा हरेक इंडिविजुअल आ ओहदी एक इक्वल रिस्पोंसिबिलिटी बनती है, ठीक है। तो जो ऑल्दो के नाल हमेशा अपने को होंगे येट लगता होंगे, ठीक है, तो अपना जो कॉमा भी यूज़ कर सकते बट नहीं यूज़ करना, ठीक है। तो आई होप जी अज की वीडियो थोड़ी इन्फॉर्मेटिव होगी। थैंक्स फॉर वॉचिंग।